ਸ਼੍ਰੀ ਚਮਕੌਰ ਸਾਹਿਬ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ ਤੇ ਸਿੱਖਿਆ ਬਚਾਓ ਪੰਜਾਬ ਬਚਾਓ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਅਤੇ ਸਮੂਹ ਜ਼ਿਲ੍ਹਿਆਂ ਦੀਆਂ ਸੰਸਥਾਵਾਂ ਵੱਲੋਂ ਅੱਜ ਸ਼ਾਮਲ ਹੁੰਦੇ ਹੋਏ ਸ਼ਾਂਤਮਈ ਢੰਗ ਨਾਲ ਰੂਪਨਗਰ ਜ਼ਿਲ੍ਹੇ ਨਾਲ ਲੱਗਦੀਆਂ ਰਾਸ਼ਟਰੀ ਅਤੇ ਰਾਜ ਮਾਰਗਾਂ ਤੇ ਬੱਸਾਂ ਖੜੀਆਂ ਕਰਕੇ ਸ਼ੁਰੂਆਤ ਕੀਤੀ ਗਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਸਵਰਨ ਸਿੰਘ ਭੰਗੂ ਕੌਰ ਕਮੇਟੀ ਮੈਂਬਰ ਜ਼ਿਲ੍ਹਾ ਇਕਾਈ ਹਰਜਿੰਦਰ ਸਿੰਘ ਮੱਲੀ MD ਗ੍ਰੀਨਵੇ ਸਕੂਲ ਪ੍ਰਿਤਪਾਲ ਕੌਰ ਅਟਵਾਲ ਮੈਨੇਜਰ PPM ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਨਿੱਜੀ ਅਦਾਰੇ ਕੰਮ ਕਰ ਰਹੇ ਨੇ ਅਤੇ ਰੁਜ਼ਗਾਰ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ। ਇਹਨਾਂ ਸੰਸਥਾਵਾਂ ਵਿੱਚ 36 ਲੱਖ ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਨੇ ਅਤੇ 7 ਲੱਖ ਮੁਲਾਜ਼ਮਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਇਹ ਸੰਸਥਾਵਾਂ ਪੰਜਾਬ ਵਿੱਚ ਸਭ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾ ਰਹੀਆਂ ਨੇ, ਪਰ ਸਰਕਾਰਾਂ ਵੱਲੋਂ ਇਹਨਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਨਹੀਂ ਕੀਤੀ ਗਈ, ਸਗੋਂ ਵੱਖਰੇ ਟੈਕਸਾਂ ਦੇ ਰੂਪ ਵਿੱਚ ਇਹਨਾਂ ਅਦਾਰਿਆਂ ਤੇ ਬੋਝ ਪਾ ਦਿੱਤਾ ਗਿਆ ਅਤੇ ਸਰਕਾਰ ਵੱਲੋਂ ਲਗਾਏ ਗਏ ਟੈਕਸਾਂ ਦੀ ਭੇਟ ਚੜ੍ਹ ਗਏ ਨੇ। ਮੱਲੀ ਸਰ, ਤੁਹਾਡਾ ਕੀ ਕਹਿਣਾ ਜੀ ਇਸ ਬਾਰੇ ਜੀ? ਅਸੀਂ ਅੱਜ ਫੈਡਰੇਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ ਸਾਰੇ ਹੀ ਸਕੂਲ ਇੱਕ ਰੋਸ ਵਜੋਂ ਸਾਰੀਆਂ ਬੱਸਿਸ ਨੂੰ ਹਾਈਵੇਜ਼ ਤੇ ਖੜੀਆਂ ਕਰ ਰਹੇ ਹਾਂ ਜੀ। ਉਹਦਾ ਰੀਜ਼ਨ ਹੈ ਕਿ ਸਾਡੇ ਐਡਜੋਇਨਿੰਗ ਸਟੇਟਸ ਦੇ ਵਿੱਚ ਜਿਵੇਂ ਹਿਮਾਚਲ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਸਕੂਲ ਬੱਸਿਸ ਦੇ ਉੱਤੇ ਕੋਈ ਟੈਕਸ ਨਹੀਂ ਹੈ, ਪਰ ਪੰਜਾਬ ਦੇ ਵਿੱਚ ਭਾਰੀ ਟੈਕਸ ਲਾਏ ਜਾਂਦੇ ਹਨ ਜਿਹੜੇ ਕਿ ਸਾਨੂੰ ਇਨਡਾਇਰੈਕਟਲੀ ਬੱਚਿਆਂ ਤੋਂ ਚਾਰਜ ਕਰਨੇ ਪੈਂਦੇ ਆ ਅਤੇ ਮਾਪਿਆਂ 'ਤੇ ਉਸ ਚੀਜ਼ ਦਾ ਵਜ਼ਨ ਬਣਦਾ ਜੀ। ਜਿਸ ਤਰ੍ਹਾਂ ਕਿ ਕੋਵਿਡ ਦਾ ਦੌਰ ਚੱਲ ਰਿਹਾ, ਮਾਪਿਆਂ ਨੂੰ ਰਿਆਇਤਾਂ ਮਿਲਣੀਆਂ ਚਾਹੀਦੀਆਂ, ਉਸ ਤਰ੍ਹਾਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਾਡੀਆਂ ਬੱਸਿਸ 'ਤੇ ਵੀ ਐਡਜੋਇਨਿੰਗ ਸਟੇਟਸ ਦੇ ਵਾਂਗੂ ਟੈਕਸਿਸ ਨਹੀਂ ਹੋਣੇ ਚਾਹੀਦੇ ਅਤੇ ਕਿਸੇ ਵੀ ਪਲੇਟਫਾਰਮ 'ਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਗੌਰਮੈਂਟ ਨੂੰ ਮਤਰਾਈ ਮਨ ਵਾਲਾ ਨਹੀਂ ਵਤੀਰਾ ਸ਼ੋਅ ਕਰਨਾ ਚਾਹੀਦਾ। ਜਿਸ ਤਰ੍ਹਾਂ ਕਿ ਸਾਡੇ ਪ੍ਰਾਈਵੇਟ ਸਕੂਲਾਂ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਸਰਟੀਫਿਕੇਟਸ, ਜਿਸ ਤਰ੍ਹਾਂ ਕਿ ਬਿਲਡਿੰਗ ਸੇਫਟੀ, ਫਾਇਰ ਸੇਫਟੀ, ਸੈਨੀਟੇਸ਼ਨ, ਵਾਟਰ ਪੋਰਟੇਬਲ ਦਾ ਸਰਟੀਫਿਕੇਟ, ਇਸ ਤਰ੍ਹਾਂ ਦੇ ਸਰਟੀਫਿਕੇਟ ਸਾਨੂੰ ਹਰ ਸਾਲ ਲੈਣੇ ਪੈਂਦੇ ਜਿਹੜੇ ਕਿ ਸਰਕਾਰੀ ਸਕੂਲਾਂ ਵਾਸਤੇ ਨਹੀਂ ਹੈਗੇ। ਅਤੇ ਇਸ ਕਰਕੇ ਸਾਡੇ ਫੈਡਰੇਸ਼ਨ ਐਸੋਸੀਏਸ਼ਨ ਪੰਜਾਬ ਹੋਂਦ ਵਿੱਚ ਆਈ ਸੀ ਪਿਛਲੇ ਸਾਲ। ਅਸੀਂ ਸਰਕਾਰ ਅੱਗੇ ਇਹੀ ਦਰਖਾਸਤ ਕਰਦੇ ਹਾਂ ਕਿ ਸਾਡੇ ਪ੍ਰਾਈਵੇਟ ਸਕੂਲਾਂ ਦੀ ਬਾਂਹ ਫੜੀ ਜਾਵੇ ਅਤੇ ਇਹਨਾਂ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਹ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਲੋਕਾਂ ਨੂੰ ਰੁਜ਼ਗਾਰ ਦੇ ਸਕਣ। ਤੇ ਸਰ, ਇਸ ਵਿੱਚ ਕਿਹੜੇ ਆਪਣੇ ਸਕੂਲ, ਕਿੰਨੇ ਕੁ ਸਕੂਲ ਹੈ ਜੀ ਕਸਬੇ ਦੇ ਆ ਤੁਹਾਡੇ ਨਾਲ ਰੋਸ ਰੈਲੀ ਜਾਣਾ? ਅੱਜ ਇਸ ਰੋਸ ਦੇ ਵਿੱਚ ਸਾਡੇ ਪੰਜਾਬ ਆਪਣੇ ਸ਼੍ਰੀ ਚਮਕੌਰ ਸਾਹਿਬ ਤੋਂ, ਬਲਾਕ ਸ਼੍ਰੀ ਚਮਕੌਰ ਸਾਹਿਬ ਤੋਂ, ਸਾਡੀ ਐਸੋਸੀਏਸ਼ਨ ਦੇ ਬੇਲਾ ਤੋਂ ਅਤੇ ਮੋਰਿੰਡਾ ਤੋਂ ਸਾਡੇ ਇੱਥੇ ਅਸੀਂ ਇਕੱਠੇ ਕਰ ਰਹੇ ਹਾਂ। ਲੇਕਿਨ ਆਲ ਓਵਰ ਪੰਜਾਬ ਸਾਡੇ 6500 ਦੇ ਕਰੀਬ ਸਕੂਲ ਹੈਗੇ ਆ ਜਿੱਥੇ ਕਿ 5 ਤੋਂ 7 ਲੱਖ ਦੇ ਕਰੀਬ ਇੰਪਲਾਈਜ਼ ਕੰਮ ਕਰਦੇ ਆ। ਤੇ ਸਰ, ਇਹ ਪੂਰੇ ਪੰਜਾਬ 'ਚ ਕੱਢੀ ਜਾ ਰਹੀ ਹੈ ਜਾਂ ਆਪਣੇ ਚਮਕੌਰ ਸਾਹਿਬ ਤੋਂ ਹੀ ਕੱਢੀ ਜਾ ਰਹੀ ਹੈ? ਨਹੀਂ, ਇਹ ਪੂਰੇ ਪੰਜਾਬ ਵਿੱਚ ਕੱਢੀ ਜਾ ਰਹੀ ਹੈ। ਇਹ ਸਰਕਾਰ ਨੂੰ ਸਿਰਫ ਅਗਾਹ ਕਰ ਰਹੇ ਹਾਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਰਿਆਇਤਾਂ ਦੇਣੀਆਂ ਬਣਦੀਆਂ ਜਿੱਦਾਂ ਕਿ ਅਸੀਂ ਇਨਡਾਇਰੈਕਟਲੀ ਮਾਂ-ਬਾਪ ਦੀ ਸਪੋਰਟ ਕਰ ਸਕੀਏ। ਥੈਂਕ ਯੂ ਸਰ। ਕੀ ਲੱਗਦਾ ਤੁਹਾਨੂੰ CM ਸਾਹਿਬ ਤੁਹਾਡੀ ਇਸ ਜਿਹੜੀ ਤੁਸੀਂ ਅੱਜ ਰੋਸ ਰੈਲੀ ਕੱਢ ਰਹੇ ਹੋ, ਇਸ ਨੂੰ ਤੁਹਾਡੀ ਪੁਕਾਰ ਸੁਣ ਕੇ ਸਕੂਲਾਂ ਦਾ ਹੱਲ ਕੱਢ ਲੈਣਗੇ ਜੀ? ਦੇਖੋ ਜੀ, CM ਸਾਹਿਬ ਦਾ ਹੈਗਾ ਵੀ ਉਹ ਗਰਾਊਂਡ ਡਾਊਨ ਟੂ ਅਰਥ ਹੈਗੇ ਨੇ ਅਤੇ ਗਰਾਊਂਡ ਲੈਵਲ 'ਤੇ ਜੁੜੇ ਹੋਏ ਨੇ ਲੋਕਾਂ ਦੇ ਨਾਲ। CM ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਇਹਨਾਂ ਗੱਲਾਂ ਦਾ ਪਤਾ ਹੈ ਅਤੇ ਬਹੁਤ ਹੀ ਸੁਲਝੇ ਹੋਏ ਇਨਸਾਨ ਹੈ। ਉਹਨਾਂ ਨੇ ਹੋਰ ਬਹੁਤ ਸਾਰੇ ਮਸਲੇ ਹੱਲ ਕੀਤੇ ਹੈ ਅਤੇ ਅਸੀਂ ਉਮੀਦ ਰੱਖਦੇ ਹਾਂ ਪਰਸਨਲੀ ਵੀ ਅਤੇ ਸਕੂਲਸ ਲੈਵਲ 'ਤੇ ਵੀ, ਫੈਡਰੇਸ਼ਨ ਲੈਵਲ 'ਤੇ ਵੀ CM ਸਾਹਿਬ ਜ਼ਰੂਰ ਸੁਣਨਗੇ। ਅਤੇ ਸਰ, ਟਾਈਮ ਬਿਲਕੁਲ ਥੋੜ੍ਹਾ ਰਹਿ ਚੁੱਕਿਆ ਜੀ ਉਹਨਾਂ ਦਾ ਜੀ। ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੀਆਂ ਇਹ ਜਿਹੜੀਆਂ ਮੰਗਾਂ ਪੂਰੇ ਉਹਦੀਆਂ ਮੰਗਾਂ ਨੂੰ ਮੰਨ ਨਹੀਂ ਰਹੇ? ਮੇਰੇ ਲੱਗ ਰਿਹਾ ਨੇ ਕਿਤੇ ਨਾ ਕਿਤੇ ਵਿਵਾਦ ਖੜੇ ਹੀ ਹੁੰਦੇ ਨਜ਼ਰ ਆ ਰਹੇ ਨੇ ਜੀ। ਦੇਖੋ ਜੀ, ਟਾਈਮ ਤਾਂ ਹੁਣ ਜਿੰਨਾ ਕੁ ਹੈ ਉਨਾ ਕੀ ਹੈਗਾ, ਪਰ CM ਸਾਹਿਬ ਬਹੁਤ ਹੀ ਐਫੀਸ਼ੀਐਂਟ ਹੈ, ਆਪਣੇ ਸਭ ਦੇ ਸਾਹਮਣੇ ਆਪਾਂ ਇਲਾਕੇ 'ਚ ਹਾਂ ਅਤੇ ਉਹ ਕੰਮਕਾਰ ਦਿਨ ਰਾਤ ਕਰ ਰਹੇ ਨੇ ਅਤੇ ਜਿੰਨਾ ਕੁ ਵੀ ਮੈਕਸੀਮਮ ਕੰਮ ਉਹਨਾਂ ਤੋਂ ਆਊਟਪੁੱਟ ਹੋ ਰਹੀ ਹੈ ਕਰ ਰਹੇ ਨੇ। ਅਤੇ ਅਸੀਂ ਇਹ ਉਮੀਦ ਰੱਖਦੇ ਹਾਂ ਕਿ ਸਾਡੀ ਗੱਲ ਬਿਲਕੁਲ ਸੁਣਨਗੇ ਅਤੇ ਸਾਡੇ ਇੰਪਲਾਈਜ਼ ਨੂੰ, ਈਵਨ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਇੰਪਲਾਈਜ਼ ਨੇ, ਅਸੀਂ ਉਹਨਾਂ ਵਾਸਤੇ ਇੱਕ ਡਿਮਾਂਡ ਹੋਰ ਰੱਖੀ ਹੈ ਵੀ ਇਹਨਾਂ ਸਾਰਿਆਂ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ 5-5 ਲੱਖ ਦੀ। ਅਤੇ ਸਰਕਾਰ ਤੋਂ ਉਮੀਦ ਕਰਦੇ ਹਾਂ ਵੀ ਸਰਕਾਰ ਮੈਕਸੀਮਮ ਮੰਗਾਂ ਇਸ ਟੈਨਿਓਰ ਦੇ ਵਿੱਚ ਪੂਰੀਆਂ ਕਰੇਗੀ। ਤੁਹਾਨੂੰ ਦਿਖਾਉਣਾ ਸਵਾਲਾਂ ਨਾਲ ਗੱਲਬਾਤ ਕਰਾਉਣੇ, ਕੀ ਕਹਿਣਾ ਚਾਹੁੰਦੇ ਆ ਉਹ ਅੱਜ ਰੋਸ ਰੈਲੀ ਜੋ ਕੱਢੀ ਜਾ ਰਹੀ ਹੈ, ਬੱਸਾਂ ਦੇ ਨਾਲ ਆਪਣੇ ਰਵਾਨਾ ਹੋ ਰਹੇ ਨੇ, ਦੇਖ ਰਹੇ ਹੋ ਤਸਵੀਰਾਂ ਜਿਹੜੀ ਤੁਸੀਂ। ਸਰ, ਅੱਜ ਜਿਹੜੀ ਇਹ ਰੋਸ ਰੈਲੀ ਕੱਢੀ ਜਾ ਰਹੀ, ਕੀ ਕਾਰਨ ਕੀ ਹੈ ਸਰ ਇਸ ਚੀਜ਼ ਦਾ? ਇਹਦਾ ਕਾਰਨ ਇਹ ਹੈ ਜੀ, ਜਿਹੜੀਆਂ ਸਕੂਲਾਂ ਦੀਆਂ ਬੱਸਾਂ ਨੇ ਇਹਨਾਂ ਨੂੰ ਸਰਕਾਰ ਇਹਨਾਂ ਤੋਂ ਪੂਰਾ ਟੈਕਸ ਲੈ ਰਹੀ ਹੈ। ਜਦੋਂ ਇਹਨਾਂ ਤੋਂ ਪੂਰਾ ਟੈਕਸ ਲੈ ਰਹੀ ਹੈ ਤਾਂ ਕੁਦਰਤੀ ਹੈ ਕਿ ਮਾਪਿਆਂ ਨੂੰ ਹੀ ਇਸ ਟੈਕਸ ਦੀ ਅਦਾਇਗੀ ਕਰਨੀ ਪੈਂਦੀ ਹੈਗੀ ਹੈ। ਸਾਡੀ ਜਿਹੜੀ ਮੰਗ ਇਹ ਹੈਗੀ ਹੈ ਕਿ ਕੋਵਿਡ ਤੋਂ ਬਾਅਦ ਲਗਾਤਾਰ ਸਾਡੇ ਮਾਪੇ ਵੀ ਪ੍ਰਭਾਵਿਤ ਨੇ ਅਤੇ ਉਹਨਾਂ ਦੇ ਜਿਹੜੇ ਖਰਚ ਵਸੀਲੇ ਨੇ ਉਹ ਵੀ ਪ੍ਰਭਾਵਿਤ ਹੋਏ ਨੇ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀਆਂ ਸਕੂਲਾਂ ਦੀਆਂ ਬੱਸਾਂ ਹੈਗੀਆਂ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਵਿਦਿਆਰਥੀ ਨੇ, ਸ਼ਹਿਰਾਂ ਦੇ ਵਿਦਿਆਰਥੀ ਨੇ, ਉਹ ਪਬਲਿਕ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਅਤੇ ਪਬਲਿਕ ਸਕੂਲ ਦੇ ਲਈ ਇੱਕ ਟਰਾਂਸਪੋਰਟ ਸਹੂਲਤ ਦੇ ਰਹੇ ਨੇ ਪਬਲਿਕ ਸਕੂਲ।
ਤੇ ਸਾਰੀਆਂ ਜਿਹੜੀਆਂ ਇਹਨਾਂ ਬੱਸਾਂ ਨੂੰ ਟੈਕਸ ਪੈ ਰਿਹਾ ਹੈ, ਸਰਕਾਰ ਟੈਕਸ ਲੈ ਰਹੀ ਹੈ ਤੇ ਬਦਲੇ ਵਿੱਚ ਜਿਹੜਾ ਵੀ ਅਸੀਂ ਬੱਚਿਆਂ ਤੋਂ ਚਾਰਜ ਕਰਦੇ ਆ ਉਹਦੇ 'ਚ ਮਾਪਿਆਂ ਨੂੰ ਵੱਡਾ ਹਿੱਸਾ ਉਸ ਟੈਕਸ ਦਾ ਦੇਣਾ ਪੈਂਦਾ। ਸਾਡੀ ਮੰਗ ਇਹ ਹੈਗੀ ਆ ਕਿ ਇਹ ਜਿਹੜੇ ਟੈਕਸ ਨੇ ਸਕੂਲਾਂ ਦੀਆਂ ਬੱਸਾਂ ਨੂੰ ਇਹ ਮਾਫ ਹੋਣੇ ਚਾਹੀਦੇ ਆ ਤਾਂ ਕਿ ਬਦਲੇ ਵਿੱਚ ਜਿਹੜੀ ਮਾਪਿਆਂ ਨੂੰ ਜਿਹੜੀ ਬੱਸਾਂ ਦੇ ਕਿਰਾਏ ਦੇ ਵਿੱਚ ਜਿਹੜੀ ਰਿਆਇਤ ਹੈ ਉਹ ਦਿੱਤੀ ਜਾ ਸਕੇ। ਧੰਨਵਾਦ ਮੈਮ, ਤੁਹਾਡਾ ਕੀ ਕਹਿਣਾ ਜੀ ਇਸ ਬਾਰੇ ਜੀ? ਵੈਸੇ ਤਾਂ ਮੱਲੀ ਸਰ ਤੇ ਭੰਗੂ ਸਰ ਸਾਰੀ ਡਿਟੇਲਸ ਤੁਹਾਨੂੰ ਦੱਸ ਹੀ ਚੁੱਕੇ ਹੈਗੇ ਜੀ। ਆ। ਬਾਕੀ ਸਾਡਾ ਕਹਿਣਾ ਇਹ ਹੈਗਾ ਕਿ ਜੋ ਸਾਡੇ ਹਲਕੇ ਦੇ MLA ਹੈਗੇ ਆ ਤੇ ਹੁਣ CM ਵੀ ਹੈਗੇ ਆ, ਸਾਨੂੰ ਪੂਰੀ ਉਮੀਦ ਹੈਗੀ ਕਿ ਉਹ ਸਾਡੀ ਅੱਜ ਜੋ ਡਿਮਾਂਡ ਹੈ, ਪੁਕਾਰ ਹੈ, ਉਹ ਸੁਣਨਗੇ ਜ਼ਰੂਰ, ਹੈ ਨਾ। ਕਿ ਜੋ ਸਕੂਲ ਦੀਆਂ ਬੱਸਾਂ ਹੈਗੀਆਂ ਉਹਨਾਂ 'ਤੇ ਪਹਿਲੀ ਗੱਲ ਤਾਂ ਟੈਕਸ ਹੋਣੇ ਨਹੀਂ ਚਾਹੀਦੇ ਗੇ। ਅਕਸਰ ਵਿਦਿਆ ਦੀਆਂ ਬੱਸਾਂ ਹੈਗੀਆਂ, ਬੱਚੇ ਇਹਨਾਂ 'ਤੇ ਜਾਂਦੇ ਹੈਗੇ ਆ, ਸੋ ਕੋਈ ਕਾਰਨ ਨਹੀਂ ਕਿ ਸਾਡੇ 'ਤੇ ਕਮਰਸ਼ੀਅਲ ਟੈਕਸ ਲਗਾਏ ਜਾਣ। ਸਪੈਸ਼ਲੀ ਜਿਹੜੇ 4 ਮਹੀਨੇ ਬੱਸਾਂ ਚੱਲੀਆਂ ਹੀ ਨਹੀਂ ਹੈਗੀਆਂ ਉਹਨਾਂ ਦੀ ਰਿਆਇਤ ਤਾਂ ਪੂਰੀ ਮਿਲਣੀ ਚਾਹੀਦੀ ਹੈ ਨਾ ਪੇਰੈਂਟਸ ਨੂੰ। ਸੋ ਸਾਡੀ ਅੱਜ ਇਹ ਡਿਮਾਂਡ ਹੈਗੀ ਹੈ। ਰੈਲੀ ਇਹ ਪੂਰੇ ਪੰਜਾਬ 'ਚ ਕੱਢੀ ਜਾ ਰਹੀ ਹੈਗੀ ਹੈ, ਬਟ ਸਾਨੂੰ ਪੂਰੀ ਉਮੀਦ ਹੈਗੀ ਹੈ ਕਿ ਜੋ ਸਾਡੇ ਹਲਕੇ ਦੇ CM ਸਾਹਿਬ ਹੈਗੇ ਆ ਉਹ ਸਾਡੀ ਜ਼ਰੂਰ ਸੁਣਨਗੇ, ਕਿਉਂਕਿ ਇਹ ਜੋ ਮਸਲਾ ਹੈਗਾ ਉਹਨਾਂ ਦੇ ਜੁਰਿਸਡਿਕਸ਼ਨ ਵਿੱਚ ਵੀ ਆਉਂਦਾ ਹੈਗਾ ਤੇ ਡਾਇਰੈਕਟਲੀ ਮਾਪਿਆਂ ਦੀ ਜਦੋਂ ਹੈਲਪ ਹੋ ਰਹੀ ਹੈ ਇਸ ਚੀਜ਼ ਦੇ ਵਿੱਚ। ਆਪਾਂ ਦੇਖ ਹੀ ਰਹੇ ਹਾਂ ਪੈਟਰੋਲ ਡੀਜ਼ਲ ਦੀਆਂ ਕਾਸਟਸ ਕਿੰਨੀਆਂ ਵਧੀਆਂ ਹੋਈਆਂ ਹੈਗੀਆਂ। ਸੋ ਜੇ ਪੇਰੈਂਟਸ ਨੂੰ ਇਸ ਇੱਕ ਐਕਸਪੈਂਸ ਦੀ ਰਿਆਇਤ ਮਿਲਦੀ ਹੈਗੀ ਹੈ, ਕਿਉਂ ਨਾ ਉਹਨਾਂ ਨੂੰ ਉੱਥੇ ਤਾਂ ਘੱਟੋ ਘੱਟ ਛੋਟ ਦਿੱਤੀ ਜਾਵੇ। ਤੇ ਮੈਮ ਤੁਸੀਂ ਕਿੱਥੇ ਰੋਜ਼ ਸ਼ੋਅ ਕਰਨਾ ਜੀ, ਕਿੱਥੇ ਜਾ ਕੇ ਜੀ? ਸੋ ਜਿਹੜੇ ਸਟੇਟ ਐਂਡ ਨੈਸ਼ਨਲ ਹਾਈਵੇਜ਼ ਹੈਗੇ ਆ, ਰੋਪੜ ਤੋਂ ਲੈ ਕੇ ਮਰਿੰਡੇ ਤੱਕ, ਸਾਡਾ ਲੁਧਿਆਣਾ ਚੰਡੀਗੜ੍ਹ ਰੋਡ ਹੈਗਾ, ਸਾਡੀਆਂ ਬੱਸਾਂ ਅੱਜ ਉੱਥੇ ਖੜਨਗੀਆਂ। ਬਿਲਕੁਲ ਸ਼ਾਂਤਮਈ ਤਰੀਕੇ ਨਾਲ ਖੜਨਗੀਆਂ, ਟ੍ਰੈਫਿਕ ਦੇ ਵਿੱਚ ਕੋਈ ਇੰਟਰਫੀਅਰੈਂਸ ਨਹੀਂ ਹੋਏਗੀ ਇਹਦੀ। ਤੇ ਤੁਸੀਂ ਸਰਕਾਰੀ ਸਕੂਲਾਂ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜੀ? ਜਿਹੜੇ ਸਰਕਾਰ ਦੇ ਸਕੂਲ ਬਣੇ ਹੋਏ ਨੇ ਉਹਨਾਂ ਤੇ ਵੀ ਰੂਲ ਤਾਂ ਸਾਰੇ ਉਹਨਾਂ ਤੇ ਵੀ ਲਾਗੂ ਹੋਏ ਨੇ, ਜਿਹੜੀ ਉਹਨਾਂ ਦੀ ਬੱਸਾਂ ਚੱਲ ਰਹੀਆਂ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ? ਗੱਲ ਇਹ ਹੈ ਕਿ ਸਰਕਾਰੀ ਸਕੂਲਾਂ ਦੀ ਦੇਖੋ ਆਮ ਤੌਰ 'ਤੇ ਬੱਸਾਂ ਚੱਲਦੀਆਂ ਨਹੀਂ ਹੈਗੀਆਂ, ਹੈ ਨਾ। ਜੇ ਚੱਲਦੀਆਂ ਹੈਗੀਆਂ ਤੇ ਉਹਨਾਂ 'ਤੇ ਰੋਡ ਟੈਕਸ ਲਾਗੂ ਹੈ ਕਿ ਨਹੀਂ ਸਾਨੂੰ ਨਹੀਂ ਪਤਾ ਹੈਗਾ ਉਸ ਚੀਜ਼ ਬਾਰੇ, ਬਟ ਉਹਨਾਂ ਦੀ ਬਿਜਲੀ ਮਾਫ ਹੁੰਦੀ ਹੈਗੀ ਹੈ। ਸਾਡੇ 'ਤੇ NRS ਕਰਕੇ ਇੰਡਸਟਰੀਅਲ ਰੇਟਾਂ ਨਾਲੋਂ ਵੀ ਵੱਧ ਰੇਟ ਲਗਾਏ ਜਾਂਦੇ ਹੈਗੇ ਆ। ਇਹ ਕਿੱਥੋਂ ਦੀ ਫੇਅਰਨੈਸ ਹੈਗੀ ਹੈ? ਸਾਡੇ ਸਕੂਲਾਂ 'ਚ ਵੀ ਬੱਚੇ ਹੀ ਪੜ੍ਹਦੇ ਹੈਗੇ। ਸੋ ਸਰਕਾਰੀ ਸਕੂਲਾਂ ਦੇ ਅਗੇਂਸਟ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਸੀਂ ਤਾਂ ਬਸ ਪ੍ਰਸ਼ਾਸਨ ਨੂੰ ਇੱਕ ਡਿਮਾਂਡ ਰੱਖ ਰਹੇ ਹੈਗੇ ਆ ਕਿ ਜੋ ਉਹਨਾਂ ਦੇ ਹੱਥ ਵਿੱਚ ਪਾਵਰ ਹੈਗੀ ਹੈ ਕਿ ਉਹ ਸਾਡੇ। ਤੇ ਮੈਮ ਪਹਿਲਾਂ ਤੁਸੀਂ ਇਸ ਬਾਰੇ CM ਸਾਹਿਬ ਨਾਲ ਗੱਲ ਕੀਤੀ ਹੈ ਜਾਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਂ ਕਿਸੇ ਵੀ ਵਿਧਾਇਕ ਨੂੰ ਹੁਣ ਤੱਕ ਮੰਗ ਪੱਤਰ ਦਿੱਤਾ ਇਸ ਬਾਰੇ ਜੀ? ਹਾਂਜੀ, ਜੋ ਸਾਡੀ ਐਸੋਸੀਏਸ਼ਨ ਹੈਗੀ ਹੈ, ਜਿਹਨਾਂ ਦੇ ਹੈੱਡ ਹੈਗੇ ਜਗਜੀਤ ਸਿੰਘ ਧੂਰੀ, ਉਹਨਾਂ ਨੇ CM ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਹੈਗਾ। ਜੋ ਟਰਾਂਸਪੋਰਟੇਸ਼ਨ ਮਿਨਿਸਟਰ ਹੈਗੇ ਰਾਜਾ ਵੜਿੰਗ ਸਰ, ਉਹਨਾਂ ਨੂੰ ਵੀ ਦਿੱਤਾ ਹੈਗਾ। ਪਰ ਹਾਲ ਤੱਕ ਵੈਸੇ ਬਿਜ਼ੀ ਹੈਗੇ ਆ, ਅਸੀਂ ਮੰਨਦੇ ਹੈਗੇ ਆ, ਬਹੁਤ ਮਸਲੇ ਹੈਗੇ ਆ। ਅਸੀਂ ਅੱਜ ਤਾਂ ਹੀ ਰੋਸ ਪ੍ਰਗਟ ਕਰ ਰਹੇ ਹੈਗੇ ਕਿ ਜੋ ਸਾਡਾ ਇਸ਼ੂ ਹੈਗਾ ਉਹ ਵੀ ਹਾਈਲਾਈਟ ਕੀਤਾ ਜਾਵੇ। ਸਾਡੇ ਨਾਲ 7 ਲੱਖ ਪਰਿਵਾਰ ਦਾ ਰੋਜ਼ਗਾਰ ਜੁੜਿਆ ਹੋਇਆ ਹੈਗਾ, ਲੱਖਾਂ ਪੇਰੈਂਟਸ ਜੁੜੇ ਹੋਏ ਹੈਗੇ, 55% ਪੇਰੈਂਟਸ ਪੰਜਾਬ ਦੇ ਸਾਡੇ ਨਾਲ ਜੁੜੇ ਹੋਏ ਆ, ਜਦੋਂ ਉਹਨਾਂ ਦੇ ਬੱਚੇ ਸਾਡੇ ਸਕੂਲਾਂ 'ਚ ਪੜ੍ਹਦੇ ਹੈਗੇ ਆ। ਸੋ ਅਸੀਂ ਸਿਰਫ ਇਸ ਇਸ਼ੂ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੈਗੇ ਆ।